ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚੋ, ਅੱਜ ਅਸੀਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਵਿਤਾ ਕਿਰਪਾ ਕਰਕੇ ਬਖਸ਼ ਲੋ, ਕਿਰਪਾ ਕਰਕੇ ਬਖਸ਼ ਲੈ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੀਵਨੀ ਬਾਰੇ ਥੋੜ੍ਹੀ ਬਹੁਤ ਉਹਦੇ ਬਾਰੇ ਜਾਣ ਪਛਾਣ ਕਰਦੇ ਹਾਂ। ਇਹ ਕੌਣ ਸੀ? ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ, ਠੀਕ ਹੈ। ਅਤੇ ਇਹਨਾਂ ਦਾ ਜਨਮ ਪਿੰਡ ਬਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਂ ਭੇਜਭਾਨ ਅਤੇ ਮਾਤਾ ਜੀ ਦਾ ਨਾਂ ਲੱਖੋ ਸੀ, ਠੀਕ ਹੈ। ਇਹਨਾਂ ਦੇ 4 ਪੁੱਤਰ ਸਨ। ਪਤਨੀ ਦਾ ਨਾਮ ਮਨਸਾ ਦੇਵੀ ਸੀ। 2 ਪੁੱਤਰ ਸਨ, ਮੋਹਨ ਸਿੰਘ ਅਤੇ ਮੋਹਰੀ ਜੀ, ਅਤੇ 2 ਪੁੱਤਰੀਆਂ, ਬੀਬੀ ਦਾਨੀ ਅਤੇ ਬੀਬੀ ਭਾਨੀ। ਅਤੇ ਇਹਨਾਂ ਨੂੰ 73 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੁਰੂ ਗੱਦੀ ਪ੍ਰਾਪਤ ਹੋਈ। ਅਤੇ ਆਪ ਜੀ ਦੀ ਜਿਹੜੀ ਪ੍ਰਮੁੱਖ ਬਾਣੀਆਂ ਹਨ, ਆਨੰਦ ਸਾਹਿਬ, ਪੱਟੀ, 4 ਵਾਰਾਂ ਆਦਿ ਮਿਲਾ ਕੇ ਕੁੱਲ ਜਿਹੜੇ ਇਹਨਾਂ ਨੇ 907 ਸ਼ਬਦਾਂ ਦੀ ਰਚਨਾ ਕੀਤੀ ਸੀ। ਅਤੇ ਇਹ ਬਾਣੀ ਸਾਰੇ ਕਿੱਥੇ ਦਰਜ ਹਨ? ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਕੁੱਲ 31 ਰਾਗਾਂ ਵਿੱਚੋਂ 17 ਰਾਗਾਂ 'ਤੇ ਆਧਾਰਿਤ ਹੈ, ਠੀਕ ਹੈ। ਅਤੇ ਜੋਤੀ ਜੋਤ ਕਦੋਂ ਸਮਾਏ ਸੀ? ਇਹ 1574 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਸੀ। ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੋਇਮ ਕਰਾਂਗੇ, ਕਿਰਪਾ ਕਰਕੇ ਬਖਸ਼ ਲਓ। ਇਸ ਦਾ ਸਿਰਫ ਇੱਕ ਹੀ ਪੈਰਾਗ੍ਰਾਫ ਹੈ ਜਿਸ ਦੀ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਨੂੰ ਰੀਡ ਕਰ ਲੈਂਦੇ ਹਾਂ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨ ਪਾਰਾਵਾਰ, ਹਰੀ ਕਿਰਪਾ ਕਰਕੇ ਬਖਸ਼ ਲੋ, ਲੇਹ ਹਉ ਪਾਪੀ ਵੱਡ ਗੁਨਾਹਗਾਰ, ਹਰੀ ਜਿਉ ਲੇਖੇ ਵਾਰ ਨ ਆਵੀ, ਤੂੰ ਬਖਸ਼ ਮਿਲਵਣਹਾਰ, ਗੁਰੂ ਤੁਠੇ ਹਰ ਪ੍ਰਭੂ ਮਿਲਿਆ, ਸਭ ਕਿਲਵਿਕ ਕਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿਨ ਜੈਕਾਰ। ਹੁਣ ਅਸੀਂ ਇਸ ਵਿੱਚ ਔਖੇ ਸ਼ਬਦਾਂ ਦੇ ਅਰਥ ਜਾਣ ਲੈਂਦੇ ਹਾਂ। ਅਸੀਂ ਖੱਤੇ ਬਹੁਤ ਸਾਰੇ ਭੁੱਲ ਅਤੇ ਪਾਪ, ਯਾਨੀ ਕਿ ਖੱਤੇ ਹੁੰਦੇ ਨੇ ਜਿਹੜੇ ਬਹੁਤ ਸਾਰੇ ਭੁੱਲਾਂ ਹੁੰਦੀਆਂ ਹਨ, ਅਸੀਂ ਕਰ ਜਾਂਦੇ ਹਾਂ ਆਪਣੀ ਜ਼ਿੰਦਗੀ ਵਿੱਚ। ਅਤੇ ਪਾਪ ਪਾਰਾਵਾਰ ਹੁੰਦਾ ਅਥਾਹ ਅਸੀਮ, ਜਿਸ ਦਾ ਕੋਈ ਅੰਤ ਨਾ ਹੋਵੇ, ਇੰਨੇ ਜ਼ਿਆਦਾ ਪਾਰਾਵਾਰ ਜਿਸ ਦਾ ਕਿਤੇ ਅੰਤ ਨਾ ਪਾਇਆ ਜਾਵੇ। ਵੱਡਾ ਹੁੰਦਾ ਵੱਡੇ, ਲੇਖੇ ਵਾਰ ਨ ਆਵੇ, ਕਿ ਲੇਖੇ ਜੋਖੇ ਵਿੱਚ ਨਾ ਆਉਣਾ, ਲੇਖੇ ਵਾਰ ਨਾ ਆਏ ਕਿ ਉਹ ਲੇਖੇ ਜੋਖੇ ਵਿੱਚ ਨਹੀਂ ਆਉਣਾ। ਇਸ ਤੋਂ ਬਾਅਦ ਤੁਠੇ ਹੁੰਦਾ ਕਿਰਪਾ ਕਰਕੇ, ਅਤੇ ਕਿਲਵਿਕ ਪਾਪ, ਜੈਕਾਰ ਹੁੰਦਾ ਹੈ ਜਿੱਤ ਦੀ ਪਹੁੰਚ। ਹੁਣ ਅਸੀਂ ਸਭ ਤੋਂ ਪਹਿਲਾਂ ਇਸ 'ਤੇ ਪ੍ਰਸੰਗ ਲਿਖਾਂਗੇ। ਕਿਵੇਂ ਲਿਖਾਂਗੇ? ਮੈਂ ਤੁਹਾਨੂੰ ਲਾਸਟ ਵੀਡੀਓ ਸੀ, ਫਸਟ ਪੋਇਮ ਸੀ, ਉਹਦੇ ਵਿੱਚ ਵੀ ਦੱਸਿਆ ਸੀ, ਅਤੇ ਹੁਣ ਦੁਬਾਰਾ ਤੋਂ ਫਿਰ ਆਪਾਂ ਰਿਪੀਟ ਕਰਾਂਗੇ ਕਿ ਜਿਹੜਾ ਉਪਰੋਕਤ ਕਾਵਿ ਟੋਟਾ ਹੈ, ਜਾਂ ਇਹ ਕਾਵਿ ਟੋਟਾ ਸਾਹਿਤਮਾਲਾ 10 ਪਾਠ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿਰਪਾ ਕਰਕੇ ਬਖਸ਼ ਲੇਹ ਵਿੱਚੋਂ ਲਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਦੱਸਾਂਗੇ ਕਿ ਇਸ ਜਿਹੜੇ ਰਚਨਾ ਹੈ, ਇਸ ਵਿੱਚ ਦੱਸਿਆ ਗਿਆ, ਇਸ ਪੈਰਾਗ੍ਰਾਫ ਵਿੱਚ ਦੱਸਿਆ ਗਿਆ ਕਿ ਇਹ ਰਚਨਾ ਸਲੋਕ ਵਾਰਾਂ ਤੋਂ ਵਧੀਕ ਦਾ ਹਿੱਸਾ ਹੈ। ਇਹ ਤੁਸੀਂ ਲਿਖਣਾ ਲਿਖ ਸਕਦੇ ਹੋ, ਨਹੀਂ ਲਿਖਣਾ ਤਾਂ ਰਹਿਣ ਦਿਓ, ਕਿਉਂਕਿ ਇਹ ਤੁਹਾਡੇ ਪੋਇਮ ਦੇ ਜਿਹੜੇ ਨੀਚੇ ਹੈ ਇਹ ਆਇਆ ਹੋਇਆ ਸਲੋਕ ਵਾਰਾਂ ਤੋਂ ਵਧੀਕ, ਮਹਿਲਾ ਤੀਜਾ, ਠੀਕ ਹੈ। ਤਾਂ ਤੁਸੀਂ ਇਹਨੂੰ ਲਿਖ ਵੀ ਸਕਦੇ ਹੋ ਕਿ ਇਹ ਰਚਨਾ ਸਲੋਕ ਵਾਰਾਂ ਤੋਂ ਵਧੀਕ ਦਾ ਹਿੱਸਾ ਹੈ। ਇਸ ਸਲੋਕ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਜੀਵਨ ਹੈ ਉਹ ਅਮੁੱਲ ਹੈ, ਕਿ ਪਰ ਜਿਹੜਾ ਮਨੁੱਖ ਹੈ ਉਹ ਸੰਸਾਰ ਵਿੱਚ ਆਉਣ ਤੋਂ ਬਾਅਦ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਆਪਣੀ ਕੀਮਤ ਗਵਾ ਬੈਠਦਾ ਹੈ, ਅਤੇ ਉਹ ਇੰਨੇ ਗੁਨਾਹਗਾਰ, ਮਤਲਬ ਇੰਨੇ ਪਾਪ ਕਮਾਉਂਦਾ ਹੈ ਕਿ ਜਿਸ ਦੀ ਉਹਨਾਂ ਪਾਪਾਂ ਨੂੰ ਬਖਸ਼ਾਉਣ ਲਈ ਉਹ ਪਰਮਾਤਮਾ ਅੱਗੇ ਜਿਹੜੀ ਹੈ ਹੁਣ ਅਰਦਾਸ ਕਰਦਾ ਹੈ, ਠੀਕ ਹੈ। ਹੁਣ ਅਸੀਂ ਇਸ ਦੀ ਵਿਆਖਿਆ ਕਰਾਂਗੇ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨ ਪਾਰਾਵਾਰ, ਕਿ ਇਸ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਪਰਮਾਤਮਾ, ਅਸੀਂ ਆਪਣੇ ਜੀਵਨ ਵਿੱਚੋਂ
ਬਹੁਤ ਕਮਾਉਂਦੇ ਕਿ ਅਸੀਂ ਆਪਣੇ ਜੀਵਨ ਵਿੱਚੋਂ ਬਹੁਤ ਸਾਰੇ ਭੁੱਲਾਂ ਕਰਦੇ ਹਨ, ਪਾਪ ਕਰ ਬੈਠਦੇ ਹਨ ਕਿ ਅੰਤ ਨਾ ਪਾਰਾਵਾਰ ਕਿ ਇਹਨਾਂ ਭੁੱਲਾਂ ਕਿ ਜਿਨ੍ਹਾਂ ਦੀ ਕੋਈ ਵੀ ਅਥਾਹ ਅਸੀਮ ਯਾਨੀ ਕਿ ਜਿਨ੍ਹਾਂ ਦੀ ਕੋਈ ਵੀ ਗਿਣਤੀ ਨਹੀਂ ਹੋ ਸਕਦੀ, ਜਿਨ੍ਹਾਂ ਦੀ ਗਿਣਿਆ ਨਹੀਂ ਜਾ ਸਕਦਾ। ਅਸੀਂ ਆਪਣੇ ਜੀਵਨ ਵਿੱਚ ਇੰਨੇ ਸਾਰੇ ਭੁੱਲ, ਇੰਨੇ ਸਾਰੇ ਪਾਪ ਕਰ ਬੈਠਦੇ ਹਨ ਕਿ ਜਿਨ੍ਹਾਂ ਦੀ ਕੋਈ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹਰੀ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵਡ ਗੁਨਾਹਗਾਰ ਕਿ ਹੇ ਪਰਮਾਤਮਾ ਆਪਣੀ ਮਿਹਰ ਭਰੀ ਨਿਗਾਹ ਸਾਡੇ ਉੱਤੇ ਰੱਖ ਅਤੇ ਸਾਨੂੰ ਬਖਸ਼, ਸਾਡੇ ਗੁਨਾਹਾਂ ਨੂੰ ਬਖਸ਼ ਕਿ ਹਰੀ ਕਿਰਪਾ ਕਰਕੇ ਬਖਸ਼ ਲੈ ਕਿ ਹੇ ਪਰਮਾਤਮਾ ਤੂੰ ਆਪਣੀ ਜਿਹੜੀ ਮਿਹਰ ਭਰੀ ਨਜ਼ਰ ਹੈ ਉਹ ਸਾਡੇ ਉੱਤੇ ਰੱਖ ਅਤੇ ਸਾਡੇ ਜਿਹੜੇ ਗੁਨਾਹ ਹਨ ਕਿ ਹਉ ਪਾਪੀ ਵੱਡ ਗੁਨਾਹਗਾਰ, ਸਾਡੇ ਜਿਹੜੇ ਵੱਡੇ ਵੱਡੇ ਗੁਨਾਹ ਹਨ, ਸਾਡੇ ਜਿਹੜੇ ਭੁੱਲਾਂ ਹਨ, ਚੁੱਕਾਂ ਹਨ, ਉਹਨਾਂ ਨੂੰ ਮਾਫ਼ ਕਰ, ਉਹਨਾਂ ਨੂੰ ਬਖਸ਼ ਲੈ। ਅਸੀਂ ਤੇਰੇ ਕਿ ਹਉ ਪਾਪੀ ਵੱਡੇ ਗੁਨਾਹ ਕਿ ਅਸੀਂ ਤੇਰੇ ਬਹੁਤ ਵੱਡੇ ਗੁਨਾਹਗਾਰ ਹਨ, ਬਹੁਤ ਵੱਡੇ ਅਸੀਂ ਜਿਹੜੇ ਪਾਪੀ ਹਨ। ਠੀਕ ਹੈ ਕਿ ਦੁਬਾਰਾ ਤੋਂ ਅਸੀਂ 2 ਲਾਈਨਸ ਨੇ, ਜਿਹੜੀ ਫਸਟ 2 ਲਾਈਨ ਦੁਬਾਰਾ ਤੋਂ ਰਿਪੀਟ ਕਰਾਂਗੇ ਕਿ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ ਕਿ ਅਸੀਂ ਆਪਣੇ ਜੀਵਨ ਵਿੱਚੋਂ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਪਰਮਾਤਮਾ ਕੀ ਕਹਿੰਦੇ ਹਨ ਕਿ ਹੇ ਪਰਮਾਤਮਾ ਜਿਹੜਾ ਇਹਦੇ ਮਨੁੱਖ ਆਪਣੀ ਭੁੱਲਾਂ ਚੁੱਕਾਂ ਦੀ ਗਲਤੀ ਮਨੁੱਖ ਆਪਣੇ ਜਿਹੜੇ ਉਸਨੇ ਪਾਪ ਕੀਤੇ ਨੇ ਉਹਨਾਂ ਨੂੰ ਬਖਸ਼ਾਉਣ ਲਈ ਉਹਨਾਂ ਨੂੰ ਪਰਮਾਤਮਾ ਅੱਗੇ ਕੀ ਅਰਦਾਸ ਕਰਦਾ ਹੈ ਕਿ ਹੇ ਪਰਮਾਤਮਾ ਕਿ ਅਸੀਂ ਖੱਤੇ ਬਹੁਤ ਕਮਾਉਂਦੇ ਕਿ ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਭੁੱਲਾਂ, ਬਹੁਤ ਸਾਰੇ ਪਾਪ ਕੀਤੇ ਹਨ, ਕਰ ਬੈਠਦੇ ਹਾਂ, ਬਹੁਤ ਸਾਰੇ ਭੁੱਲਾਂ ਕਰ ਬੈਠਦੇ ਹਾਂ, ਬਹੁਤ ਸਾਰੇ ਪਾਪ ਕਰ ਬੈਠਦੇ ਹਾਂ ਕਿ ਅੰਤ ਨਾ ਪਾਰ ਕਿ ਜਿਨ੍ਹਾਂ ਦੀ ਕੋਈ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹਰੀ ਕਿਰਪਾ ਕਰਕੇ ਬਖਸ਼ ਲਓ ਕਿ ਹੇ ਪਰਮਾਤਮਾ ਕਿ ਤੁਸੀਂ ਆਪਣੀ ਮਿਹਰ ਭਰੀ ਨਿਗਾਹ ਸਾਡੇ ਉੱਤੇ ਰੱਖੋ ਅਤੇ ਸਾਡੇ ਗੁਨਾਹਾਂ ਨੂੰ ਬਖਸ਼ ਲਓ ਕਿ ਸਾਡੇ ਗੁਨਾਹਾਂ ਨੂੰ ਬਖਸ਼ ਲਓ। ਮਿਹਰ ਭਰੀ ਆਪਣੀ ਨਿਗਾਹ ਸਾਡੇ ਉੱਤੇ ਰੱਖ, ਹਉ ਪਾਪੀ ਵੱਡ ਗੁਨਾਹਗਾਰ ਕਿ ਅਸੀਂ ਤੇਰੇ ਬਹੁਤ ਵੱਡੇ ਗੁਨਾਹਗਾਰ ਹਾਂ, ਬਹੁਤ ਵੱਡੇ ਪਾਪੀ हाँ। क्लियर बेटा जी, आई होप आपको समझ आया होगा। इस तो बाद असीं नैक्सट करते हाँ कि हरी जीव लेखे वार ना आवी तू बख्श मिलनहार कि हरी जीव लेखे, लेखा होता है लेखे वार ना आवी, लेखे झोखे विच ना आना कि असीं तां अपने जीवन विच इन्ने गंदे ਜਿਹੜੇ ਇੰਨੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਕਰਮ ਅਸੀਂ ਕਰ ਲਏ ਹਨ ਕਿ ਜਿਨ੍ਹਾਂ ਦਾ ਲੇਖਾ ਜੋਖਾ ਵੀ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਪਰਮਾਤਮਾ ਅੱਗੇ ਉਹਨਾਂ ਦਾ ਲੇਖਾ ਜੋਖਾ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਤਾਂ ਆਪਣੇ ਜੀਵਨ ਵਿੱਚ ਇਹੋ ਜਿਹੇ ਕਰਮ ਕਰ ਲਏ ਹਨ ਕਿ ਤੂੰ ਬਖਸ਼ੀ ਮਿਲਵਣਹਾਰ ਕਿ ਉਹਨੂੰ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ ਅਤੇ ਪਰ ਫਿਰ ਵੀ ਹਾਂ ਕਿ ਅਸੀਂ ਆਪਣੇ ਜੀਵਨ ਵਿੱਚ ਇਹੋ ਜਿਹੇ ਕਰਮ ਕਰ ਲਏ ਹਨ ਕਿ ਜਿਨ੍ਹਾਂ ਦਾ ਲੇਖਾ ਜੋਖਾ ਨਹੀਂ ਕੀਤਾ ਗਿਆ ਅਤੇ ਅਸੀਂ ਤੇਰੀ ਮਿਹਰ ਦੇ ਪਾਤਰ ਵੀ ਨਹੀਂ ਬਣ ਸਕਦੇ। ਤੂੰ ਬਖਸ਼ਣ ਮਿਲਵਣਹਾਰ ਕਿ ਸਾਨੂੰ ਲੱਗਦਾ ਹੈ ਕਿ ਫਿਰ ਵੀ ਅਸੀਂ ਫਿਰ ਸਾਡੇ ਲਈ ਬਖਸ਼ਣ ਦੀ ਵਾਰੀ ਆਉਣੀ ਤਾਂ ਮੁਸ਼ਕਿਲ ਹੀ ਹੋ ਜਾਵੇਗੀ ਕਿ ਉਹ ਮਨੁੱਖ ਹੈ ਜਿਹੜਾ ਆਪਣੇ ਕਰਮਾਂ ਬਾਰੇ ਦੱਸ ਰਿਹਾ ਹੈ ਕਿ ਸਾਨੂੰ ਇਹੋ ਜਿਹੇ ਕਰਮ ਕੀਤੇ ਹਨ ਕਿ ਜਿਨ੍ਹਾਂ ਦਾ ਲੇਖਾ ਜੋਖਾ ਵੀ ਨਹੀਂ ਕੀਤਾ ਜਾ ਸਕਦਾ ਅਤੇ ਸਾਡੀ ਤਾਂ ਜਿਹੜੇ ਬਖਸ਼ਣ ਦੀ ਵਾਰੀ ਵੀ ਆਉਣੀ ਮੁਸ਼ਕਿਲ ਹੈ ਕਿ ਤੂੰ ਬਖਸ਼ ਮਿਲਵਣਹਾਰ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਬਖਸ਼ਣ ਦੀ ਜਿਹੜੀ ਵਾਰੀ ਹੈ ਉਹ ਵੀ ਵਾਰੀ ਵੀ ਆਉਣੀ ਮੁਸ਼ਕਿਲ ਹੋ ਜਾਵੇਗੀ। ਗੁਰੂ ਤੁੱਠੇ ਹੁੰਦੇ ਕਿਰਪਾ ਕਰਕੇ, ਹਰੀ ਪ੍ਰਭੂ ਮੇਲਿਆ ਸਭ ਕਿਲ ਵੀ ਕਟੇ ਵਿਕਾਰ, ਕਟ ਵਿਕਾਰ ਮੀਨਸ ਕਿਲ ਹੁੰਦਾ ਪਾਪ। ਠੀਕ ਹੈ ਕਿ ਗੁਰੂ ਤੁੱਠੇ ਹਰੀ ਪ੍ਰਭੂ ਮੇਲਿਆ ਕਿ ਇਸ ਲਈ ਕਿ ਤੂੰ ਆਪਣੀ ਹਾਂ ਤਾਂ ਇਸ ਵਿੱਚ ਗੁਰੂ ਜੀ ਮਤਲਬ ਮਨੁੱਖ ਕਹਿੰਦਾ ਹੈ ਕਿ ਹੇ ਪਰਮਾਤਮਾ ਕਿ ਸਾਨੂੰ ਪਤਾ ਹੈ ਕਿ ਗੁਰੂ ਬਿਨਾਂ ਜਿਹੜਾ ਹੈ ਪ੍ਰਭੂ ਦਾ ਕਿ ਉਸ ਪਰਮਾਤਮਾ ਨਾਲ ਗੁਰੂ ਦੀ ਕਿਰਪਾ ਬਿਨਾਂ ਮਿਲਾਪ ਨਹੀਂ ਹੋ ਸਕਦਾ। ਗੁਰੂ ਤੁੱਠੇ ਹਰ ਪ੍ਰਭੂ ਮਿਲਿਆ ਕਿ ਉਸ ਪਰਮਾਤਮਾ ਨਾਲ ਮਿਲਾਪ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ। ਸਭ ਕਿਲਵੀ ਕਟ ਵਿਕਾਰ, ਕਿਲਵੀ ਹੁੰਦਾ ਪਾਪ ਕਿ ਉਸ ਗੁਰੂ ਦੀ ਕਿਰਪਾ ਨਾਲ ਹੀ ਅਸੀਂ ਪ੍ਰਭੂ ਨੂੰ ਮਿਲ ਸਕਦੇ ਹਾਂ ਅਤੇ ਜਿਸ ਤੋਂ ਬਾਅਦ ਹੀ ਸਾਡੇ ਸਾਰੇ ਦੁੱਖ ਤਕਲੀਫ ਜਿਹੜੇ ਕੱਟੇ ਜਾਣੇ। ਕਿਲਵੀ ਕਟ ਵਿਕਾਰ ਕਿ ਜਦੋਂ ਪ੍ਰਭੂ ਮਿਲੇਗਾ, ਜਦੋਂ ਪਰਮਾਤਮਾ ਮਿਲੇਗਾ ਉਹ ਕਿਹਦੇ ਨਾਲ ਮਿਲੇਗਾ? ਗੁਰ ਤੁੱਠੇ, ਗੁਰ ਕਿਰਪਾ ਨਾਲ ਸਾਨੂੰ ਪ੍ਰਭੂ ਮਿਲੇਗਾ
ਤਾਂ ਹੀ ਸਾਡੇ ਜਿਹੜੇ ਸਾਰੇ ਦੁੱਖ ਤਕਲੀਫ ਹਨ ਉਹ ਕੱਟੇ ਜਾਣਗੇ, ਸਾਡੇ ਜਿਹੜੇ ਸਾਰੇ ਪਾਪ ਹਨ, ਗੁਨਾਹ ਹਨ, ਉਹ ਮਾफ़ ਹੋ ਜਾਣਗੇ। ਠੀਕ ਹੈ, ਗੁਰੂ ਹੀ ਸਾਨੂੰ ਪ੍ਰਭੂ ਨਾਲ ਮਿਲਾਏਗਾ। ਜਿੰਨਾ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿਨ ਜੇਕਾਰ। ਫਿਰ ਕਹਿੰਦੇ ਹਨ ਕਿ ਪ੍ਰਭੂ ਨੂੰ, ਕਿ ਜਿਸ ਮਨੁੱਖ ਨੇ ਪ੍ਰਭੂ ਨੂੰ ਯਾਦ ਕਰ ਲਿਆ, ਪ੍ਰਭੂ ਦਾ ਨਾਮ ਜਪ ਲਿਆ, ਉਹ ਹਮੇਸ਼ਾ ਲਈ ਪ੍ਰਭੂ ਦੀ ਪਿਆਰਿਆਂ ਵਿੱਚ ਪ੍ਰਭੂ ਪਿਆਰਿਆਂ ਵੱਲੋਂ ਵੀ ਪ੍ਰਸ਼ੰਸਾ ਹਾਸਿਲ ਕਰਦੇ ਹਨ। ਯਾਨੀ ਕਿ ਜੈ ਜੈਕਾਰ, ਕਿ ਉਹਨਾਂ ਦੀ ਹੀ ਜਿੱਤ ਦੀ ਜੈ ਜੈਕਾਰ ਹੁੰਦੀ ਹੈ। ਉਹੀ ਨਾਨਕ ਦੇ ਚਰਨਾਂ ਵਿੱਚੋਂ, ਉਹੀ ਗੁਰੂ ਜੀ ਦੇ ਚਰਨਾਂ ਵਿੱਚੋਂ ਜਗ੍ਹਾ ਪਾਉਂਦੇ ਹਨ, ਉਹੀ ਗੁਰੂ ਦੇ ਲੜ ਲੱਗਦੇ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ, ਉਹਨਾਂ ਦਾ ਨਾਮ ਜਪਿਆ ਹੈ, ਉਹੀ ਹਮੇਸ਼ਾ ਪ੍ਰਭੂ ਨੂੰ ਪਾ ਸਕਦੇ ਹਨ, ਪ੍ਰਭੂ ਦੇ ਚਰਨਾਂ ਵਿੱਚ ਆਪਣੇ ਜੈਕਾਰੇ ਲਵਾ ਸਕਦੇ ਹਨ, ਕਿ ਉਹੀ ਪਰਮਾਤਮਾ ਦੇ ਵੱਲੋਂ ਪ੍ਰਸ਼ੰਸਾ ਹਾਸਿਲ ਕਰ ਸਕਦੇ ਹਨ। ਇੱਕ ਵਾਰ ਫਿਰ ਮੈਂ ਲਾਸਟ ਵਾਲੀ ਜਿਹੜੀ 3 ਲਾਈਨਸ ਹਨ ਉਹਨਾਂ ਦੀ ਵਿਆਖਿਆ ਤੁਹਾਨੂੰ ਦੱਸ ਦਿੰਦੇ ਕਿ ਹਰਿ ਜੋ ਲੇਖੇ ਵਾਰ ਨ ਆਵੀ, ਤੂੰ ਬਖਸ਼ੇ ਮਿਲਣਹਾਰ। ਕਿ ਇਸ ਵਿੱਚ ਕਹਿੰਦੇ ਹਨ ਕਿ ਸਾਨੂੰ ਅਜਿਹੇ ਕਰਮ ਕੀਤੇ ਹਨ, ਹਰਿ ਜੋ ਲੇਖੇ ਜੋਖੇ ਵਿੱਚ ਨਾ ਆਉਣ, ਕਿ ਸਾਨੂੰ ਤਾਂ ਇਹੋ ਜਿਹੇ ਕਰਮ ਕੀਤੇ ਹਨ ਕਿ ਜਿਨ੍ਹਾਂ ਦਾ ਲੇਖਾ ਜੋਖਾ ਵੀ ਨਹੀਂ ਕੀਤਾ ਜਾ ਸਕਦਾ, ਅਤੇ ਅਸੀਂ ਤੇਰੇ ਮਿਹਰ ਦੇ ਜਿਹੜੇ ਪਾਤਰ ਨਹੀਂ ਬਣ ਸਕਦੇ। ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਕਰਮ ਹਨ ਉਹ ਇੰਨੇ ਗੰਦੇ ਹਨ, ਇੰਨੇ ਬੁਰੇ ਹਨ ਕਿ ਸਾਨੂੰ ਤਾਂ ਬਖਸ਼ਣ ਦੀ ਵਾਰੀ ਆਉਣੀ ਵੀ ਮੁਸ਼ਕਿਲ ਹੈ। ਅਤੇ ਇਸ ਲਈ ਹੇ ਪ੍ਰਭੂ, ਤੂੰ ਆਪਣੀ ਕਿਰਪਾ, ਆਪਣੀ ਮਿਹਰ ਨਾਲ ਸਾਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਜਗ੍ਹਾ, ਤੂੰ ਬਖਸ਼ਣ ਮਿਲਣਹਾਰਾ, ਕਿ ਤੂੰ ਆਪਣੀ ਮਿਹਰ ਨਾਲ, ਆਪਣੀ ਕਿਰਪਾ ਨਾਲ ਸਾਡੇ ਕਰਮਾਂ ਨੂੰ ਬਖਸ਼, ਸਾਨੂੰ ਬਖਸ਼ ਅਤੇ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਗੁਰੂ ਤੁੱਠੇ ਹਰਿ ਪ੍ਰਭੂ ਮਿਲਿਆ, ਕਿ ਬਿਨਾਂ ਗੁਰੂ ਤੋਂ ਅਸੀਂ ਉਸ ਪਰਮਾਤਮਾ ਨੂੰ ਨਹੀਂ ਪਾ ਸਕਦੇ, ਉਸ ਪਰਮਾਤਮਾ ਨਾਲ ਸਾਡਾ ਮੇਲ ਨਹੀਂ ਹੋ ਸਕਦਾ। ਅਤੇ ਇਸ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ, ਕਿ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਤਾਂ ਉਸ ਪ੍ਰਭੂ ਨਾਲ ਅਸੀਂ ਮਿਲਣ ਹੋਵੇਗਾ, ਅਤੇ ਉਸ ਤੋਂ ਬਾਅਦ ਜਦ ਪ੍ਰਭੂ ਨਾਲ ਮਿਲਣ ਹੋਵੇਗਾ, ਸਭ ਕਿਲ ਵਿਕਟ ਵਿਕਾਰ, ਤਾਂ ਉਸ ਤੋਂ ਬਾਅਦ ਹੀ ਜਿਹੜੇ ਸਾਡੇ ਸਾਰੇ ਦੁੱਖ ਤਕਲੀਫ ਹਨ ਉਹ ਕੱਟੇ ਜਾਣਗੇ, ਸਾਡੇ ਦੁੱਖ ਤਕਲੀਫਾਂ ਦਾ ਨਾਸ਼ ਹੋਵੇਗਾ, ਸਾਡੇ ਪਾਪ ਹਨ, ਜਿਹੜੇ ਸਾਡੇ ਗੁਨਾਹ ਹਨ, ਉਹਨਾਂ ਦੀ ਮਾਫ਼ੀ ਸਾਨੂੰ ਮਿਲੇਗੀ ਜਦੋਂ ਗੁਰੂ ਦੀ ਕਿਰਪਾ ਨਾਲ ਅਸੀਂ ਪ੍ਰਭੂ ਨੂੰ ਮਿਲਾਂਗੇ। ਜਿਨ੍ਹਾਂ ਹਰੀ ਹਰੀ ਨਾਮ ਤੇ, ਕਿ ਜਿਨ੍ਹਾਂ ਨੇ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦਾ ਨਾਮ ਜਪਿਆ ਹੈ, ਉਹ ਹੀ ਪ੍ਰਭੂ ਦੇ ਪ੍ਰਸ਼ੰਸਾ ਦੇ ਪਾਤਰ ਬਣਨਗੇ, ਉਹੀ ਪ੍ਰਭੂ ਨਾਲ ਜੁੜਨਗੇ, ਉਹਨਾਂ ਨੂੰ ਹੀ ਪਰਮਾਤਮਾ ਮਿਲੇਗਾ। ਆਈ ਹੋਪ ਤੁਹਾਨੂੰ ਇਹ ਪੋਇਮ ਜਿਹੜੇ ਸਮਝ ਆਏ ਹੋਣਗੇ, ਅਤੇ ਤੁਸੀਂ ਹੁਣ ਇਹਦੀ ਵਿਆਖਿਆ ਤੋਂ ਟਰਾਈ ਕਰਨਾ। ਇਸ ਤੋਂ ਬਾਅਦ ਅਸੀਂ ਨੈਕਸਟ ਵੀਡੀਓ 'ਚ ਅਸੀਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਥੈਂਕ ਯੂ।